ਸਿੱਖ ਜਗਤ 16 ਜੂਨ ਨੂੰ ਗੁਰੂ ਅਰਜਨ ਪਾਤਸ਼ਾਹ ਦੀ ਮਹਾਨ ਸ਼ਹੀਦੀ ਦਾ ਪੁਰਬ ਮਨਾਵੇਗਾ। ਗਲੋਬਲ ਸਿੱਖ ਕਾਉਂਸਲ ਦੀ ਤਰਫੋਂ ਅਤੇ ਉਹਨਾਂ 30 ਦੇਸ਼ਾਂ ਦੀ ਤਰਫੋਂ ਜੋ ਗਲੋਬਲ ਸਿੱਖ ਕਾਉਂਸਲ ਦੇ ਮੈਂਬਰ ਹਨ, ਮੈਂ ਵਿਸ਼ਵ ਭਰ ਦੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ, ਇਸ ਦਾ ਪੈਗਾਮ ਅਤੇ ਇਸ ਸ਼ਹੀਦੀ ਦੇ ਕਾਰਨਾਂ ਵੱਲ ਖਾਸ ਅਤੇ ਜ਼ਰੂਰੀ ਧਿਆਨ ਦੇਣ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ 3 ਦਿਨਾਂ ਦੇ ਅਕਹਿ ਤੇ ਅਸਹਿ ਕਸ਼ਟਾਂ ਅਤੇ ਤਸੀਹਿਆਂ ਬਾਅਦ 1606 ਨੂੰ ਉਸ ਵੇਲੇ ਦੇ ਹੁਕਮਰਾਨ ਜਹਾਂਗੀਰ ਦੇ ਹੁਕਮ ਅਨੁਸਾਰ ਹੋਈ ਸੀ। 43 ਸਾਲ ਦੀ ਉਮਰ ਵਿੱਚ ਗੁਰੂ ਅਰਜਨ ਜੀ ਸਿੱਖਾਂ ਦੇ 2 ਗੁਰੂ ਸਾਹਿਬਾਨ ਵਿੱਚੋਂ ਪਹਿਲੇ ਗੁਰੂ ਹੋਏ ਹਨ ਜਿਨ੍ਹਾਂ ਆਪਣੇ ਅਕੀਦੇ ਦੀ ਖਾਤਰ ਆਪਾ ਕੁਰਬਾਨ ਕੀਤਾ। 16 ਜੂਨ ਵਾਲੇ ਦਿਨ ਸਾਡੇ ਗ੍ਰੰਥੀ, ਰਾਗੀ, ਪ੍ਰਚਾਰਕ, ਢਾਡੀ ਆਦਿ ਸਾਡੇ ਗੁਰਦੁਆਰੇ ਦੀਆਂ ਸਟੇਜਾਂ ਤੋਂ ਸਾਡੀਆਂ ਸੰਗਤਾਂ ਨੂੰ ਸੰਬੋਧਨ ਕਰਨਗੇ। ਉਹ ਗੁਰੂ ਪਾਤਸ਼ਾਹ ਦੇ ਅਕਹਿ ਅਤੇ ਅਸਹਿ ਕਸ਼ਟਾਂ ਅਤੇ ਤਸੀਹਿਆਂ ਦਾ ਜ਼ਿਕਰ ਕਰਨਗੇ। ਇਹਨਾਂ ਵਿੱਚੋਂ ਕਈ ਇਸ ਮਹਾਨ ਸ਼ਹੀਦੀ ਦੇ ਕਾਰਨ ਦੱਸਣ ਦਾ ਯਤਨ ਕਰਨਗੇ, ਜੈਸਾ ਕਿ ਦੀਵਾਨ ਚੰਦੂ ਦਾ ਨੌਜਵਾਨ ਹਰਗੋਬਿੰਦ ਜੀ ਦਾ ਆਪਣੀ ਧੀ ਨਾਲ ਰਿਸ਼ਤਾ ਠੁਕਰਾਉਣਾ ਅਤੇ ਸੰਗਤ ਲਈ ਅਪਮਾਨਜਨਕ ਤੇ ਕੌੜੇ ਬਚਨ ਬੋਲਣੇ। ਨਾਲ ਪ੍ਰਿਥੀ ਚੰਦ ਦੀ ਈਰਖਾ ਅਤੇ ਸਿੱਖਾਂ ਦੇ ਵਿਰੋਧੀ ਅਨਸਰਾਂ ਵੱਲੋਂ ਜਹਾਂਗੀਰ ਦੇ ਕਰਨ ਭਰਨ ਦੀ ਵਾਰਤਾ ਵੀ ਦਰਸਾਉਣਗੇ। ਸਾਡੇ ਨੌਜਵਾਨ, ਸਾਡੀ ਨਵੀਂ ਪਨੀਰੀ, ਸਾਡੇ ਘਰਾਂ ਵਿੱਚ ਸਾਡੇ ਬੱਚੇ ਅਥਵਾ ਗੁਰੂ ਨਾਨਕ ਦੀ ਸਿੱਖੀ ਦੇ ਆਉਣ ਵਾਲੇ ਵਾਰਸ ਸਾਨੂੰ ਇਹ ਪੁੱਛਦੇ ਹਨ ਕਿ ਵਾਕਿਆ ਹੀ ਇਹ ਕਾਰਨ ਸਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਇਸ ਮਹਾਨ ਕੁਰਬਾਨੀ ਦੇ। ਉਹ ਪੁੱਛਦੇ ਹਨ ਕਿ ਕੀ ਰਿਸ਼ਤਾ ਠੁਕਰਾਉਣਾ, ਅਪਮਾਨਜਨਕ ਤੇ ਕੌੜੇ ਬਚਨ ਬੋਲਣੇ ਤੇ ਨਿੱਜੀ ਵਿਰੋਧਤਾ ਸਾਡੇ ਗੁਰੂ ਨੂੰ ਤੱਤੀ ਤਵੀ ਤੇ ਬਿਠਾਉਣ, ਸਿਰ ਤੇ ਤੱਤੀ ਰੇਤ ਪਾਉਣ ਅਤੇ ਦੇਗ ਵਿੱਚ ਉਬਾਲਣ ਦੇ ਮੂਲ ਕਾਰਨ ਹੋ ਸਕਦੇ ਹਨ? ਇਸ ਤੋਂ ਵੀ ਜ਼ਰੂਰੀ ਉਹ ਪੁੱਛਦੇ ਹਨ ਕਿ ਐਡੀ ਅਜ਼ੀਮ ਅਤੇ ਮਹਾਨ ਸ਼ਹਾਦਤ ਦਾ ਪੈਗਾਮ ਤੇ ਸੰਦੇਸ਼ ਕੀ ਹੈ? ਉਹ ਸੁਨੇਹਾ ਜੋ ਸਮੁੱਚੇ ਸਿੱਖ ਜਗਤ ਲਈ ਖਾਸ ਕਰਕੇ ਅਤੇ ਸਾਰੇ ਵਿਸ਼ਵ ਭਰ ਲਈ ਆਮ ਕਰਕੇ ਹੋਵੇ। ਹਕੀਕਤ ਇਹ ਹੈ ਕਿ ਇਸ ਮਹਾਨ ਸ਼ਹੀਦੀ ਅਤੇ ਤਸੀਹਿਆਂ ਦਾ ਅਸਲੀ ਕਾਰਨ ਗੁਰੂ ਅਰਜਨ ਪਾਤਸ਼ਾਹ ਦੀ ਜਗਤ ਨੂੰ ਸਭ ਤੋਂ ਅਜ਼ੀਮ, ਸ੍ਰੇਸ਼ਟ ਅਤੇ ਮਹਾਨ ਦੇਣ ਦੇ ਨਾਲ ਸੰਬੰਧਿਤ ਹੈ। ਇਹ ਦੇਣ 34 ਮਹਾਂਪੁਰਖਾਂ ਦਾ ਰੱਬੀ ਅਨੁਭਵ ਇਲਾਹੀ ਬਾਣੀ ਦੇ ਰੂਪ ਵਿੱਚ ਇੱਕ ਥਾਂ ਤੇ ਇਕੱਠਾ ਕਰਕੇ ਪੋਥੀ ਸਾਹਿਬ ਦੇ ਰੂਪ ਵਿੱਚ ਆਪ ਸੰਪਾਦਨ ਕਰਕੇ ਰੂਹਾਨੀ ਸੰਸਾਰ ਦੀ ਭੇਟਾ ਕਰਨਾ ਸੀ। ਇਸ ਪੋਥੀ ਸਾਹਿਬ ਦੀ ਪਵਿੱਤਰਤਾ, ਸ਼ੁੱਧਤਾ ਅਤੇ ਨਿਰਮਲਤਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਤਿਗੁਰਾਂ ਆਪਣੇ ਸਿਰ ਤੇ ਲਈ ਸੀ। ਇਸ ਕਰਕੇ ਕਿ ਇਹ ਫਰਜ਼ ਬੇਹੱਦ ਭਾਰੀ ਸੀ ਅਤੇ ਕਿਉਂਕਿ ਇਹ 34 ਮਹਾਂਪੁਰਸ਼ਾਂ ਦਾ ਰੱਬੀ ਅਨੁਭਵ ਸਾਡੇ ਤੱਕ ਹੂਬਹੂ ਇੰਨ-ਬਿੰਨ ਪਹੁੰਚਾਉਣਾ ਸੀ। ਕੱਟੜ, ਜ਼ਾਲਮ ਤੇ ਤੰਗ ਦਿਲ ਜਹਾਂਗੀਰ ਦਾ ਹੁਕਮ ਸੀ ਕਿ ਇਸ ਪੋਥੀ ਸਾਹਿਬ ਵਿੱਚ ਉਸ ਵੱਲੋਂ ਚੁਣੀਆਂ ਰਚਨਾਵਾਂ ਅਤੇ ਕਲਮਾਂ ਸ਼ਾਮਲ ਕੀਤੀਆਂ ਜਾਣ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਨਕਾਰ ਕੀਤਾ ਇਸ ਗੱਲੋਂ ਕਿ ਗੁਰਬਾਣੀ ਦੀ ਪਵਿੱਤਰਤਾ ਅਤੇ ਨਿਰਮਲਤਾ ਭੰਗ ਨਹੀਂ ਹੋਣ ਦੇਣੀ, ਤਾਂ ਜਹਾਂਗੀਰ ਨੇ ਆਪਣੀ ਹਕੂਮਤ ਦਾ ਜ਼ਬਰ 3 ਦਿਨ ਦੇ ਲਗਾਤਾਰ ਤਸੀਹਿਆਂ ਦੇ ਰੂਪ ਵਿੱਚ ਪੰਚਮ ਪਾਤਸ਼ਾਹ ਤੇ ਠੋਸਿਆ, ਇਸ ਆਸ ਵਿੱਚ ਕਿ ਪਾਤਸ਼ਾਹ ਤਸੀਹਿਆਂ ਦੇ ਭਾਰ ਹੇਠ ਈਣ ਮੰਨ ਲੈਣਗੇ। ਜਦ ਐਸਾ ਨਾ ਹੋਇਆ ਤਾਂ ਜਾਨ ਬਚਾਉਣ ਲਈ ਦੀਨ ਕਬੂਲਣ ਦਾ ਹੁਕਮ ਜਾਰੀ ਕਰ ਦਿੱਤਾ। ਸੋ ਸਾਡੇ ਲਈ ਪੈਗਾਮ ਕੀ ਹੈ ਇਸ ਮਹਾਨ ਸ਼ਹਾਦਤ ਦੇ ਪਿੱਛੇ? ਸਮੁੱਚੀ ਮਨੁੱਖਤਾ ਲਈ ਧਰਮ ਦੀ ਆਜ਼ਾਦੀ ਅਤੇ ਰੂਹਾਨੀ ਸੁਤੰਤਰਤਾ ਪਹਿਲਾ ਉਪਦੇਸ਼ ਹੈ। ਮਨੁੱਖਤਾ ਨਾਲ ਡੂੰਘਾ ਸਨੇਹ ਕਿ 34 ਮਹਾਂਪੁਰਖਾਂ ਦਾ ਰੱਬੀ ਅਨੁਭਵ ਬਿਨਾਂ ਮਿਲਾਵਟ, ਬਿਨਾਂ ਖੋਟ ਅਤੇ ਬਿਨਾਂ ਕਿਸੇ ਕਿਸਮ ਦੇ ਰਲਾਅ ਦੇ ਜਗਤ ਤੱਕ ਪਹੁੰਚਾਉਣਾ, ਇਹ ਦੂਜਾ ਪੈਗਾਮ ਹੈ। ਸਭ ਤੋਂ ਅੱਵਲ ਤੇ ਉੱਤਮ ਇਹ ਕਿ ਰਹਿੰਦੀ ਦੁਨੀਆ ਤੱਕ ਜਗਤ ਇਹਨਾਂ 34 ਮਹਾਂਪੁਰਖਾਂ ਦਾ ਰੱਬੀ ਅਨੁਭਵ ਆਪਣੇ ਅਸਲੀ ਤੇ
ਮੂਲ ਪ੍ਰਤ ਰੂਪ ਵਿੱਚ ਮੰਨਦਾ ਰਹੇ। ਜੋ ਸਵਾਲ ਸਿੱਖ ਜਗਤ ਦੇ ਸਿਰ ਤੇ ਖੜਾ ਹੈ ਉਹ ਇਹ ਹੈ ਕਿ ਕੀ ਅਸੀਂ ਇਸ ਕੁਰਬਾਨੀ ਨੂੰ ਸਨਮਾਨਿਆ, ਕੀ ਅਸੀਂ ਇਸ ਦਾ ਮਹੱਤਵ ਸਮਝਿਆ, ਕੀ ਅਸੀਂ ਉਪਰੋਕਤ ਪੈਗਾਮਾਂ ਦੀ ਕਦਰ ਕੀਮਤ ਪਾਈ। तो ਜਵਾਬ ਇਸ ਦਾ ਇਹ ਹੈ ਕਿ ਅਸੀਂ ਐਸਾ ਕੀਤਾ ਨਹੀਂ, ਬਲਕਿ ਅਸੀਂ ਇਸ ਮਹਾਨ ਸ਼ਹਾਦਤ ਨੂੰ ਬਿਲਕੁਲ ਤੁੱਛ ਤੇ ਮਾਮੂਲੀ ਦੁਨਿਆਵੀ ਕਾਰਨਾਂ ਨਾਲ ਜੋੜ ਛੱਡਿਆ। ਅਸੀਂ ਇਸ ਸ਼ਹਾਦਤ ਦੇ ਨਾਂ ਤੇ ਆਲੀਸ਼ਾਨ ਇਮਾਰਤਾਂ ਬਣਾ ਛੱਡੀਆਂ ਤੇ ਗੁਰੂ ਦੀ ਕੁਰਬਾਨੀ ਦੇ ਨਾਂ ਤੇ ਮਾਇਆ ਵੀ ਇਕੱਤਰ ਕਰ ਲਈ। ਅਸੀਂ ਛਬੀਲਾਂ ਇਸ ਤਰੀਕੇ ਨਾਲ ਲਾ ਛੱਡੀਆਂ ਜਿਵੇਂ ਛਬੀਲ ਦਾ ਹੋਣਾ ਜਾਂ ਨਾ ਹੋਣਾ ਹੀ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਹੋਵੇ। ਜਿਹੜਾ ਅਸਲੀ ਤੇ ਮੂਲ ਰੂਪ ਮੁੱਦਾ ਸੀ, ਪੋਥੀ ਸਾਹਿਬ ਵਿਚਲੀ ਰੱਬੀ ਬਾਣੀ ਦੀ ਪਵਿੱਤਰਤਾ, ਸ਼ੁੱਧਤਾ ਅਤੇ ਨਿਰਮਲਤਾ ਨੂੰ ਕਾਇਮ ਰੱਖਣਾ, ਇਸ ਪੱਖੋਂ ਅਸੀਂ ਫੇਲ ਹੋਏ ਹਾਂ। ਦੋ ਕਾਰਨਾਂ ਦਾ ਸਦਕਾ। ਪਹਿਲੇ ਇਹ ਕਿ ਅਸੀਂ ਇਸ ਸ਼ਹਾਦਤ ਦੇ ਅਸਲੀ ਕਾਰਨ ਨੂੰ ਬਿਲਕੁਲ ਓਹਲੇ ਕਰ ਦਿੱਤਾ, ਭਾਵ ਨਜ਼ਰਅੰਦਾਜ਼ ਕਰ ਦਿੱਤਾ। ਇਸ ਦੀ ਵਿਚਾਰ ਬਿਲਕੁਲ ਘੱਟ ਕਰਦੇ ਹਾਂ। ਦੂਜਾ ਇਹ ਕਿ ਸਾਡੀ ਕੌਮ ਤੋਂ ਪੋਥੀ ਸਾਹਿਬ ਦੀ ਅਸਲੀ ਬੀੜ ਸੰਭਾਲੀ ਨਹੀਂ ਗਈ। ਜਿਸ ਖਾਤਰ ਇਹ ਕੁਰਬਾਨੀ ਹੋਈ ਸੀ, ਅਸੀਂ ਇਹ ਅਸਲੀ ਬੀੜ ਗਵਾ ਬੈਠੇ ਹਾਂ। ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਅਣਮੁੱਲੀ ਦਾਤ ਗਵਾ ਬੈਠੇ ਹਾਂ। ਇੰਨਾ ਹੀ ਬਸ ਨਹੀਂ, ਜਿਹੜੀ ਪਹਿਲੀ ਪੋਥੀ ਸਾਹਿਬ ਦੀ ਦੁਬਾਰਾ ਸੰਪਾਦਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਮਦਮੀ ਸਾਹਿਬ ਦੀ ਬੀੜ ਦੇ ਰੂਪ ਵਿੱਚ ਦਾਤ ਬਖਸ਼ੀ ਸੀ, ਅਸੀਂ ਇਸ ਬੀੜ ਦਾ ਵੀ ਅਸਲੀ ਰੂਪ ਗਵਾ ਬੈਠੇ ਹਾਂ। ਇਹ ਦੋਨੋਂ ਬੀੜਾਂ ਆਪਣੇ ਅਸਲੀ ਰੂਪ ਵਿੱਚ ਦਰੁਸਤ, ਯਥਾਰਥ ਤੇ ਸਹੀ ਗੁਰਬਾਣੀ ਦੀ ਕਸਵੱਟੀ ਜਾਂ ਬੈਂਚਮਾਰਕ ਸਨ। ਗੁਰਬਾਣੀ ਦੀ ਸ਼ੁੱਧ ਛਪਾਈ ਦੀ ਕਸਵੱਟੀ ਸਨ। ਇਹਨਾਂ ਦੋਨੋਂ ਕਸਵੱਟੀਆਂ ਦੇ ਨਾ ਹੋਣ ਨਾਲ ਸਾਡੇ ਪੰਥ ਨੂੰ ਬਹੁਤ ਨੁਕਸਾਨ ਹੋਇਆ ਹੈ। ਜੋ ਪ੍ਰਚਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹਨ, ਉਹਨਾਂ ਵਿੱਚ ਅਣਗਿਣਤ ਅਸ਼ੁੱਧੀਆਂ ਪੈ ਚੁੱਕੀਆਂ ਹਨ। ਇਹ ਅਸ਼ੁੱਧੀਆਂ ਵਾਲਾ ਵਿਸ਼ਾ ਸਾਡੇ ਪੰਥ ਲਈ ਇੱਕ ਦੁਖਦਾਈ ਹਕੀਕਤ ਬਣ ਕੇ ਰਹਿ ਗਿਆ ਹੈ। ਇਸ ਵਿਸ਼ੇ ਨੇ ਸਾਡੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 16 ਜੂਨ ਨੂੰ 416 ਸਾਲ ਹੋ ਜਾਣਗੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ। ਤਾਂ ਜੋ ਇਸ ਕੁਰਬਾਨੀ ਨੂੰ ਸਨਮਾਨਿਆ ਜਾਵੇ, ਇਸ ਦਾ ਮਹੱਤਵ ਸਮਝਿਆ ਜਾਵੇ, ਇਸ ਦੇ ਪੈਗਾਮਾਂ ਦੀ ਕਦਰ ਕੀਮਤ ਪਾਈ ਜਾਵੇ, ਗਲੋਬਲ ਸਿੱਖ ਕਾਉਂਸਲ ਵੱਲੋਂ ਵਿਸ਼ਵ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਗੁਰਬਾਣੀ ਦੀ ਸ਼ੁੱਧਤਾ ਵਾਲੇ ਵਿਸ਼ੇ ਤੋਂ ਜਾਗਰਤ ਹੋਵਣ। ਇਸ ਵਿਸ਼ੇ ਦੀ ਪਰਥਾਏ ਮੇਰੇ ਵੱਲੋਂ ਇੱਕ ਵੀਡੀਓ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ, ਜਿਸ ਦਾ ਸਿਰਲੇਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ੁੱਧੀਆਂ ਇੱਕ ਵਿਚਾਰ। ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। ਗਲੋਬਲ ਸਿੱਖ ਕਾਉਂਸਲ ਵੱਲੋਂ ਆਪ ਜੀ ਸਾਰਿਆਂ ਦਰਸ਼ਕਾਂ ਦਾ ਧੰਨਵਾਦ।